ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਸਾਧ ਸੰਗਤ ਜੀਓ, ਫਤਿਹ ਅਰਜ਼ ਕਰਨ ਲੱਗਿਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ, ਮਾਈ ਭਾਈ, ਸਰਦਾਰ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਜੁੜ ਬੈਠੇ ਹਾਂ ਤੇ ਉਸ ਮਾਲਕ ਦੇ ਅੱਗੇ ਅਰਜ਼ੋਈ ਕਰਨ ਲਈ ਆਏ ਹਾਂ। ਐ ਦਾਤਾ, ਇੱਥੇ ਰਹਿਣ ਵਾਲਾ ਕੋਈ ਨਹੀਂ, ਇੱਥੇ ਵਸਣ ਵਾਲਾ ਕੋਈ ਨਹੀਂ, ਇੱਥੇ ਤੇ ਸਾਰਾ ਆਉਣ ਜਾਣ ਦਾ ਖੇਡ ਬਣਿਆ ਹੋਇਆ। ਦਾਤਾ ਤੂੰ ਕਿਰਪਾ ਕਰੀ, ਮੇਰਾ ਵੀ ਇਸ ਸੰਸਾਰ ਤੇ ਆਉਣ ਦਾ ਮਕਸਦ ਜਿਹੜਾ ਆ ਉਹ ਸੰਪੂਰਨ ਹੋ ਜਾਏ। ਸਾਧ ਸੰਗਤ, ਇਹ ਬੜੇ ਸੋਹਣੇ ਲਫ਼ਜ਼ ਨੇ ਜਿਹੜੇ ਆਪਾਂ ਵਰਤਦੇ ਹਾਂ ਗੁਰਮੁਖਾਂ ਪਿਆਰਿਆਂ ਲਈ। ਜਿਹੜੀ ਯਾਦ ਹੁੰਦੀ ਹੈ ਨਾ, ਯਾਦ ਉਹ ਮਿੱਠੀ ਹੀ ਹੁੰਦੀ ਹੈ। ਯਾਦ ਜਿਹੜੀ ਆ ਉਹ ਮਿੱਠੀ ਹੁੰਦੀ ਆ ਤੇ ਯਾਦ ਉਹਦੀ ਆਉਂਦੀ ਆ ਜਿਹੜਾ ਆਪਣੇ ਹਿਰਦੇ ਵਿੱਚ ਵਸਿਆ ਹੋਇਆ। ਮੇਰੇ ਪਾਤਸ਼ਾਹ ਬੜੇ ਪਿਆਰੇ ਬਚਨ ਕਰਦੇ ਨੇ, ਦੁਨੀਆ ਦਾ ਕੋਈ ਐਸਾ ਜਵਾਬ ਨਹੀਂ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾ ਦੇ ਸਕਣ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਸਤਿਗੁਰੂ ਸਾਰੇ ਦੁਨੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ। ਪਾਤਸ਼ਾਹ ਕਹਿੰਦੇ, ਐ ਦਾਤਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਜਿਹੜਾ ਪਿਆਰ ਹੁੰਦਾ ਨਾ ਜੀ, ਉਹਦੀ ਵੀ ਕਿਸੇ ਹੱਦ ਤੇ ਜਾ ਕੇ ਉਹ ਖਤਮ ਹੋ ਜਾਂਦਾ ਪਿਆਰ। ਪਰ ਜਿਹੜਾ ਲਾਡ ਹੈ ਨਾ, ਲਾਡ ਉਹ ਕਦੀ ਖਤਮ ਨਹੀਂ ਹੁੰਦਾ। ਤੇ ਪਾਤਸ਼ਾਹ ਦੀ ਬਾਣੀ ਕਹਿੰਦੀ, ਦਾਤਾ ਤੇਰੇ ਭਰੋਸੇ ਹੀ ਐ ਮਾਲਕ, ਤੇਰੇ ਭਰੋਸੇ ਮੈਂ ਲਾਡ ਲੜਾਇਆ। ਕਾਹਦਾ ਲਾਡ ਲੜਾਇਆ ਭਾਈ? ਕਿ ਸੱਚੇ ਪਾਤਸ਼ਾਹ ਤੂੰ ਮੇਰਾ ਇਹ ਜਨਮ ਸਫਲ ਕਰ ਦੇਂਗਾ। ਸਾਧ ਸੰਗਤ, ਉਹ ਮਾਲਕ ਦੋ ਚੀਜ਼ਾਂ ਨਾਲ ਇਹ ਸੰਸਾਰ ਨੂੰ ਚਲਾਉਂਦਾ ਹੈ, ਇੱਕ ਹੁਕਮ ਤੇ ਇੱਕ ਰਜ਼ਾ। ਯਾਦ ਰੱਖਿਓ ਗੱਲ। ਹੁਕਮ ਕੀ ਆ? ਜੇ ਮੈਂ ਹੋਰ ਗੱਲ ਡੀਟੇਲ ਵਿੱਚ ਕਰਾਂ ਤੇ ਪਰਮੇਸ਼ਰ ਹੁਕਮ ਦੇ ਨਾਲ ਇਹ ਸ੍ਰਿਸ਼ਟੀ ਦੀ ਰਚਨਾ ਨੂੰ ਪੈਦਾ ਕਰਦੇ ਨੇ ਤੇ ਰਜ਼ਾ ਦੇ ਨਾਲ ਸਾਰੀ ਚੀਜ਼ ਬਲੇਟ ਕੇ ਸਮੇਟ ਕੇ ਲੈ ਜਾਂਦੇ ਨੇ। ਜਿੱਦਾਂ ਬਾਜੀਗਰ ਆਉਂਦਾ, ਦੇਖੋ ਬਾਣੀ ਉਦਾਹਰਣ ਦਿੰਦੀ ਆ ਪਿਆਰ ਸੰਸਾਰ ਦੇ। ਜਿੱਦਾਂ ਬਾਜੀਗਰ ਆਉਂਦੇ ਨੇ ਤੇ ਉਹ ਦਰਾਂ ਤੇ ਖੜ ਕੇ ਹੋਕਾ ਦਿੰਦੇ ਨੇ, ਕਹਿੰਦੇ ਉਹ ਦੁਨੀਆ ਦੇ ਲੋਕੋ ਡਮਰੂ ਖੜਕਾ ਕੇ, ਦੁਨੀਆ ਦੇ ਲੋਕੋ ਅੱਜ ਤੁਹਾਡੇ ਸੱਥ ਅੰਦਰ ਖੇੜਾ ਪੈਣ ਵਾਲਾ ਤੇ ਤੁਹਾਨੂੰ ਕਰਤੱਵ ਦਿਖਾਏ ਜਾਣਗੇ। ਉੱਥੇ ਨਿਆਣੇ ਬਿਆਣੇ ਸਿਆਣੇ ਸਭ ਇਕੱਠੇ ਹੁੰਦੇ ਨੇ। ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਿਡਾਨੀ ਰੇ।
ਤੇ ਸਾਧ ਸੰਗਤ ਉੱਥੇ ਸਾਰੇ ਇਕੱਠੇ ਹੁੰਦੇ ਨੇ ਤੇ ਉਹਦਾ ਤਮਾਸ਼ਾ ਦੇਖਦੇ ਨੇ, ਜਾਦੂਗਰ ਦਾ, ਬਾਜੀਗਰ ਦਾ। ਗੱਲ ਇੱਥੇ ਚੱਲੀ ਸੀ ਵੀ ਹੁਕਮ ਤੇ ਦੂਜੀ ਉਹਦੀ ਰਜ਼ਾ। ਉਹ ਸਾਰਾ ਜਿਹੜਾ ਤਮਾਸ਼ਾ ਦਿਖਾ ਕੇ ਨਾ ਤੇ ਜਿਹੜਾ ਕੁਛ ਉੱਥੇ ਪੇਸ਼ ਕੀਤਾ ਆ, ਕੱਪੜੇ, ਬਸਤਰ, ਮਾਇਆ, ਸਭ ਕੁਛ ਉਹ ਸਮੇਟ ਕੇ ਆਪਣੇ ਮੋਢੇ ਤੇ ਟੰਗ ਕੇ ਨਾ ਚੁੱਕ ਕੇ ਲੈ ਜਾਂਦਾ। ਭਗਤ ਰਵਿਦਾਸ ਜੀ ਵੀ ਇਹੀ ਗੱਲ ਕਹਿੰਦੇ ਨੇ, ਕਹਿੰਦੇ ਕਹਿ ਰਵਿਦਾਸ ਬਾਜੀ ਜਗ ਪਾਈ। ਕਿੱਡੀ ਕਿੱਥੋਂ ਤੱਕ ਦੇਖੋ, ਕਿੱਥੋਂ ਤੱਕ ਪ੍ਰੀਤ ਗਈ ਹੋਈ ਆ। ਜੁੱਤੀਆਂ ਗੰਢ ਰਹੇ ਨੇ, ਜੁੱਤੀਆਂ ਗੰਢਣ ਦਾ ਕੰਮ ਹੈ। ਛੋਟੀ ਜੀ ਛੰਨ ਝੌਂਪੜੀ ਪਾਈ ਹੋਈ ਆ, ਪਰ ਦੁਨੀਆ ਦੀ ਨਿਗਾਹ ਮਾਰ ਕੇ ਭਗਤ ਰਵਿਦਾਸ ਜੀ ਕਹਿੰਦੇ, ਉਹ ਦੁਨੀਆ ਦੇ ਲੋਕੋ, ਅੱਜ ਜਿਹੜਾ ਕੁਛ ਵੀ ਦੇਖ ਰਿਹਾ ਨਾ, ਕਹਿ ਰਵਿਦਾਸ ਬਾਜੀ ਜਗ ਪਾਈ, ਬਾਜੀਗਰ ਸੋ ਮੋਹੇ। ਅੱਗੇ ਕਹਿੰਦੇ ਨੇ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਵਾਰੀ। ਆਂਦੇ ਮੈਂ ਜੁੱਤੀਆਂ ਗੰਢਦਿਆਂ ਉਸ ਮਾਲਕ ਦੇ ਬਾਜੀ, ਮਾਲਕ ਦੇ ਤਮਾਸ਼ੇ ਨੂੰ ਦੇਖਦਾ। ਤੇ ਸਾਧ ਸੰਗਤ ਹੁਕਮ ਦੇ ਵਿੱਚ ਮੈਨੂੰ ਤੇ ਤੁਹਾਨੂੰ ਬਣਾਇਆ, ਹਵਾ ਪਾਣੀ ਅਗਨ ਪਤਾਲ ਸਭ ਕੁਝ ਬਣਾਇਆ। ਦੇਖੋ ਇਹ ਨਾਲੇ ਤਾਂ ਰੋਜ਼ ਪੜਦਾ ਵੀ ਕੱਲੇ ਆਏ ਨਾਨਕਾ, ਇਹਦਾ ਮਤਲਬ ਇਹ ਆਪ ਨਹੀਂ ਆਇਆ, ਇਹ ਕਿਸੇ ਦਾ ਕੱਲਿਆ ਹੋਇਆ ਆਇਆ। ਦੁੱਖ ਪਤਾ ਕਿਸ ਗੱਲ ਦਾ, ਇਹਨੂੰ ਮਿਲਣ ਦੀ ਤੇ ਬਹੁਤ ਖੁਸ਼ੀ ਆ। ਜੇ ਘਰ ਮਿਲ ਜੇ ਤੇ ਬਹੁਤ ਖੁਸ਼ੀ ਆ, ਬੱਚੇ ਮਿਲ ਜਾਣ ਤੇ ਬਹੁਤ ਖੁਸ਼ੀ ਆ, ਮਾਇਆ ਮਿਲਦੀ ਆ ਤੇ ਬਹੁਤ ਖੁਸ਼ੀ ਆ, ਲੈਣ ਵਿੱਚ ਬਹੁਤ ਖੁਸ਼ੀ ਆ, ਲੈਣ ਵਿੱਚ ਕੋਈ ਦੁੱਖ ਨਹੀਂ ਹੈ। ਤੁਸੀਂ ਦੇਖਿਆ ਨਾ, ਜਦੋਂ ਘਰ ਵਿੱਚ ਨਿਆਣਾ ਆਉਂਦਾ ਤੇ ਕਿੰਨੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ, ਕਿਉਂਕਿ ਮਿਲ ਰਿਹਾ ਹੈ, ਲੈ ਰਿਹਾ ਹੈ। ਪਰ ਜਦੋਂ ਇਹ ਦਿੰਦਾ, ਦੇਣ ਵਿੱਚ, ਦੇਣ ਨੂੰ ਇਹ ਦੁੱਖ ਗਿਣਦਾ, ਦੇਣ ਵਿੱਚ ਇਹਨੂੰ ਬਹੁਤ ਤਕਲੀਫ ਆ, ਦੇਣ ਲਈ ਇਹਦਾ ਹਿਰਦਾ ਜਿਹੜਾ ਆ ਉਹ ਬਲੁੰਦਰਿਆ ਜਾਂਦਾ। ਪਰ ਪਿਆਰਿਆ, ਜਿਹਨੇ ਦਿੱਤਾ, ਕੱਲੇ ਆਏ, ਜਿਹਨੇ ਦਿੱਤਾ ਉਹਦੀ ਫਿਰ ਮਰਜ਼ੀ ਆ ਨਾ, ਉਹ ਲੈ ਸਕਦਾ ਆ, ਕਿਉਂਕਿ ਉਹਦੀ ਅਮਾਨਤ। ਇਸ ਕਰਕੇ ਇਹਨੂੰ ਮਿਲਣ ਦਾ ਤੇ ਚਾਹ, ਤੇ ਜਿਹੜਾ ਦਿੰਦਾ ਉਹ ਹੁਕਮ ਹੈ, ਜੋ ਮਿਲਿਆ ਹੋਇਆ ਉਹ ਹੁਕਮ ਹੈ। ਸਰੀਰ ਮਿਲਿਆ ਹੋਇਆ, ਸਵਾਸ ਮਿਲੇ ਹੋਏ ਨੇ। ਗੁਰੂ ਸਾਹਿਬ ਬੜੀ ਡੀਟੇਲ ਵਿੱਚ ਇਹਦੀ ਪਰਿਭਾਸ਼ਾ ਦੱਸਦੇ ਨੇ। ਕਹਿੰਦੇ ਹਵਾ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਕਹਿੰਦੇ ਤੂੰ ਇਹ ਨਾ ਸਮਝੀ ਵੀ ਮੇਰਾ ਕੋਈ ਵਜੂਦ ਆ, ਤੂੰ ਤੇ ਹਵਾ, ਪਰ ਕਾਰਨ ਕੀ ਬਣਿਆ? ਉਹ ਹਵਾ ਜਿਹੜੀ ਤੇਰੀ ਉਹ ਥੋੜਾ ਜਿਹਾ ਕਤਰਾ ਉਹਦੇ ਵਿੱਚੋਂ ਅਲੱਗ ਹੋ ਗਿਆ। ਇੰਨੀ ਮਿੱਟੀ ਚੋਂ ਥੋੜੀ ਜੀ ਮਿੱਟੀ ਅਲੱਗ ਹੋ ਗਈ, ਇੰਨੀ ਜੋਤ ਤੋਂ ਥੋੜੀ ਜੀ ਜੋਤ ਅਲੱਗ ਹੋ ਗਈ, ਤੇ ਇਹ ਇਨਸਾਨ ਬਣਾ ਦਿੱਤਾ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਕਹਿੰਦੇ ਉਹੀ ਤੇ ਹਵਾ ਸੀ, ਉਹੀ ਤੇ ਮਿੱਟੀ ਸੀ, ਉਹੀ ਤੇ ਪਾਣੀ ਸੀ, ਉਹੀ ਤੇ ਜੋਤ ਸੀ। ਉਹ ਜਿਹੜਾ ਤੱਤ, ਜਿਹੜੇ ਤੱਤ ਤੋਂ ਨਿਕਲਿਆ ਸੀ ਉਹਦੇ ਵਿੱਚ ਸਮਾ ਗਿਆ। ਤੇ ਪਾਤਸ਼ਾਹ ਕਹਿੰਦੇ ਕੌਣ ਮੁਆਰੇ ਕੌਣ ਮੁਆ, ਉਸ ਬ੍ਰਹਮ ਦੇ ਗਿਆਨ ਨੂੰ ਅੱਗੇ ਰੱਖ ਕੇ ਕਹਿੰਦੇ ਦੇਖ, ਕਹਿੰਦੇ ਦੇਖ ਪਿਆਰਿਆ,
ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਇਹ ਤੋਂ ਚਲਤ ਭਇਆ ਸੰਸਾਰਾ। ਚਲਤ ਕਹਿੰਦੇ ਨੇ ਜਿੱਥੇ ਆਉਂਦੇ ਨੇ ਜਾਂਦੇ ਨੇ ਲੋਕ, ਜਿਹੜਾ ਚੱਲ ਰਿਹਾ ਲਗਾਤਾਰ, ਜਿਹਨੂੰ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਨੇ। ਫਰੀਦਾ ਦੁਨੀ ਬਜਾਈ ਵੱਜਦੀ। ਦੇਖੋ ਭਗਤ ਦੀ ਸੁਰਤ ਕਿੱਥੇ ਗਈ ਹੋਈ ਆ। ਕਹਿੰਦੇ ਲੋਕ ਕਹਿੰਦੇ ਵੀ ਮੈਂ ਕੁਛ ਕੀਤਾ, ਦੁਨੀਆ ਕਹਿੰਦੀ ਆ ਵੀ ਮੈਂ ਬੋਲਿਆ ਤੇ ਤਾਂ ਗੱਲ ਬਣੀ, ਮੈਂ ਵਿੱਚ ਪਿਆ ਤੇ ਤਾਂ ਗੱਲ ਬਣੀ, ਜੇ ਮੈਂ ਨਾ ਹੁੰਦਾ ਤੇ ਗੱਲ ਬੰਨੇ ਨਹੀਂ ਲੱਗਣੀ ਸੀ। ਭਗਤ ਜੀ ਕਹਿੰਦੇ ਨਾ ਨਾ ਨਾ, ਦੁਨੀ ਬਜਾਈ ਵੱਜਦੀ। ਕਹਿੰਦੇ ਇਹ ਜਿਹੜਾ ਸਭ ਕੁਝ ਵੱਜ ਰਿਹਾ ਨਾ, ਜਿਹੜੇ ਬੋਲ ਤਾਲ ਆ ਰਹੇ ਨੇ, ਇਹ ਤਾਂ ਕਿਸੇ ਦਾ ਬਜਾਇਆ ਵੱਜ ਰਿਹਾ। ਦੁਨੀ ਬਜਾਈ ਵੱਜਦੀ ਤੂੰ ਵੀ ਵੱਜੈ ਨਾਲ, ਇਹ ਤਾਂ ਕਿਸੇ ਦਾ ਬਜਾਇਆ ਹੋਇਆ ਵੱਜ ਰਿਹਾ। ਤੇ ਕਿਸੇ ਨੇ ਸਵਾਲ ਕੀਤਾ ਵੀ ਮਾਲਕ ਜੀ, ਇਹ ਜਿਹੜੇ ਵੱਡੇ ਵੱਡੇ ਘਰਾਂ ਵਿੱਚ ਅਮੀਰ ਲੋਕ ਰਹਿੰਦੇ ਨੇ ਤੇ ਜਿਹੜੇ ਝੁੱਗੀਆਂ ਝੌਂਪੜੀਆਂ ਵਿੱਚ ਗਰੀਬ ਰਹਿੰਦੇ ਨੇ, ਇਹਨਾਂ ਦਾ ਜੀਵਨ ਵੱਖੋ ਵੱਖਰਾ ਹੈ, ਇਹਨਾਂ ਦਾ ਰਹਿਣ ਸਹਿਣ ਖਾਣ ਪੀਣ ਵੱਖੋ ਵੱਖਰਾ। ਤੇ ਪੁੱਛਿਆ ਵੀ ਜਦੋਂ ਮੌਤ ਨੇ ਆਉਣਾ ਉਦੋਂ ਇਹਨਾਂ ਨੂੰ ਵੱਖੋ ਵੱਖਰੀ ਮੌਤ ਆਉਣੀ ਹੈ, ਇਹਨਾਂ ਨੂੰ ਮੌਤ ਜਿਹੜੀ ਉਹ ਅੱਡ ਅੱਡ ਆਉਣੀ ਹੈ। ਤੇ ਮਹਾਰਾਜ ਕਹਿੰਦੇ ਨਹੀਂ ਨਹੀਂ। ਪਾਤਸ਼ਾਹ ਕਹਿੰਦੇ ਰਾਜਾ ਤੇ ਪਰਜਾ ਸਮ ਕਹਿੰਦੇ ਨੇ ਸਮਾਨ। ਜਿੱਥੇ ਜਿੱਥੇ ਸਮ ਦਾ ਅਰਥ ਇਹੀ ਆ ਵੀ ਜਿੱਥੇ ਸਾਰੇ ਇੱਕ ਲਾਈਨ ਵਿੱਚ ਖੜੇ ਹੋਣ। ਇਹ ਸ਼ਮਸ਼ਾਨ ਘਾਟ ਦਾ ਵੀ ਇਹੀ ਅਰਥ ਆ, ਜਿੱਥੇ ਸਾਰੇ ਸਮਾਨ ਹੋਣ। ਉੱਥੇ ਥੋੜੀ ਜੀ ਦੂਰ ਤੇ ਹੀ ਅਮੀਰ ਪਿਆ, ਥੋੜੀ ਜੀ ਦੂਰ ਤੇ ਗਰੀਬ ਪਿਆ, ਥੋੜੀ ਜੀ ਦੂਰ ਤੇ ਬੁੱਧੀਜੀਵੀ ਪਿਆ, ਥੋੜੀ ਜੀ ਦੂਰ ਤੇ ਲਾਚਾਰ ਪਿਆ, ਸਾਰੇ ਇੱਕੋ ਹੀ ਸਮਾਨ ਪਏ ਨੇ। ਉਸ ਦਾ ਅਰਥ ਹੈ ਸਮਾਂ, ਸ਼ਮਸ਼ਾਨ, ਜਿੱਥੇ ਸਾਰੇ ਸਮਾਨ ਨੇ। ਤੇ ਜਵਾਬ ਆਇਆ ਵੀ ਪਾਤਸ਼ਾਹ ਇਹ ਅਮੀਰਾਂ ਲਈ ਵੱਖਰੀ ਹੋਣੀ ਆ, ਗਰੀਬਾਂ ਲਈ ਵੱਖਰੀ ਹੋਣੀ ਆ। ਤੇ ਮਹਾਰਾਜ ਕਹਿੰਦੇ ਨਹੀਂ ਨਹੀਂ, ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਿਡਾਨੀ ਰੇ। ਕਹਿੰਦੇ ਉਹ ਨਹੀਂ ਦੇਖਦਾ, ਉਹ ਨਹੀਂ ਦੇਖਦਾ ਕਿਸੇ ਦੇ ਵੱਡੇ ਵੱਡੇ ਦਰਵਾਜ਼ਿਆਂ ਨੂੰ, ਮੌਤ ਨਹੀਂ ਦੇਖਦੀ ਕਿਸੇ ਦੇ ਵੱਡੇ ਵੱਡੇ ਮਹਿਲਾਂ ਨੂੰ। ਨਾ 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 ਨਾ, ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਿਡਾਨੀ ਰੇ। ਤੇ ਪੁੱਛਿਆ ਵੀ ਇਹਦਾ ਕੀ ਹਾਲ ਆ। ਕਹਿੰਦੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈ ਹੈ ਖਈ ਹੈ ਰੇ। ਕਦੇ ਤੁਸੀਂ ਦੇਖੋ ਬਾਣੀ ਨੇ ਕਿਹਦਾ ਉਦਾਹਰਣ ਲੈਂਦੇ ਆ। ਪਾਤਸ਼ਾਹ ਬਿੱਲੀ ਦਾ ਤੇ ਚੂਹੇ ਦਾ ਉਦਾਹਰਣ ਲੈਂਦੀ ਹੈ। ਕਹਿੰਦੇ ਮੌਤ ਐਵੇਂ ਬੂਹੇ ਦੇ ਓਲੇ ਨਾ ਨਿਗਾਹ ਲਾ ਕੇ ਟਿਕਟਕੀ ਲਾ ਕੇ ਖੜੀ ਆ, ਜਿਵੇਂ ਬਿੱਲੀ ਚੂਹੇ ਨੂੰ ਫੜ ਕੇ ਲੈ ਜਾਂਦੀ ਆ। ਮਾਨਸ ਬਪਰਾ ਮੂਸਾ ਕੀਨੋ, ਮੂਸਾ ਕਹਿੰਦੇ ਨੇ ਚੂਹੇ ਨੂੰ, ਬਲਈਆ ਕਹਿੰਦੇ ਨੇ ਬਿੱਲੀ ਨੂੰ। ਕਹਿੰਦੇ ਜਦੋਂ ਬਿੱਲੀ ਸ਼ਿਕਾਰ ਨੂੰ ਫੜਦੀ ਆ ਨਾ, ਪਹਿਲਾਂ ਉਹਨੂੰ ਝੰਜੋਲਦੀ ਆ, ਉਹਦਾ ਪਹਿਲਾਂ ਖੁਰਾ ਬਾਤ ਹਿਲਾਉਂਦੀ ਆ, ਫਿਰ ਉਹਨੂੰ ਫੜ ਕੇ ਲੈ ਜਾਂਦੀ ਆ। ਕਹਿੰਦੇ ਬੰਦੇ ਦਾ, ਕਹਿੰਦੇ ਮੌਤ ਇਸ ਤਰ੍ਹਾਂ ਖੜੀ ਹੈ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈ ਹੈ ਖੜੀ ਹੈ ਰੇ। ਧਨਵੰਤਾ ਅਰ ਨਿਰਧਨ ਮਨਈ, ਤਾਂ ਕੀ ਕਛੂ ਨਾ ਕਾਨੀ ਰੇ। ਤੇ ਸਾਧ ਸੰਗਤ ਦੂਜਾ ਲਫ਼ਜ਼ ਰਜ਼ਾ। ਰਜ਼ਾ ਇਹ ਆ ਵੀ ਕਈ ਤਾਂ ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲੈਂਦੇ ਨੇ, ਕਈ ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲੈਂਦੇ ਨੇ। ਮੰਨਣੀ ਤਾਂ ਪੈਂਦੀ ਹੈ ਨਾ ਫਿਰ ਖੇੜੇ ਮੱਥੇ।
ਪਰ ਸਾਧ ਸੰਗਤ ਇੱਥੇ ਉਹਨਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਨੇ ਰਜ਼ਾ ਨੂੰ ਮੰਨਿਆ ਤੇ ਰਜ਼ਾ ਤੋਂ ਪ੍ਰਵਾਨ ਹੋ ਕੇ ਸੰਸਾਰ ਤੋਂ ਗਏ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਚੱਲਣ ਲੱਗੇ ਨੇ। ਯਾਦ ਰੱਖਿਓ ਇੱਕ ਗੱਲ, ਦੁਨੀਆ ਦੇ ਨਕਸ਼ੇ ਤੇ, ਦੁਨੀਆ ਦੇ ਇਤਿਹਾਸ ਅੰਦਰ, ਦੁਨੀਆ ਦੀਆਂ ਤਵਾਰੀਖਾਂ ਅੰਦਰ ਗੁਰੂ ਨਾਨਕ ਦੇ ਘਰ ਵਰਗਾ ਕੋਈ ਦਰ ਨਹੀਂ ਮਿਲਦਾ। ਨਾ ਨਾ ਨਾ, ਗੁਰੂ ਨਾਨਕ ਦੇ ਘਰ ਵਰਗੀ ਕੋਈ ਵਡਿਆਈ ਨਹੀਂ ਮਿਲਦੀ। ਗੁਰੂ ਨਾਨਕ ਦੇ ਘਰ ਜਿੱਡਾ ਕੋਈ ਵੱਡਾ ਘਰ ਨਹੀਂ ਮਿਲਦਾ, ਜਿੱਥੇ ਪੰਜ ਨਮਾਜ਼ੀ ਬਾਬਾ ਫਰੀਦ ਸਾਹਿਬ ਵੀ ਬੈਠੇ ਨੇ ਤੇ ਗੁਰੂ ਨਾਨਕ ਦੋਵੇਂ ਬਾਹਾਂ ਖਿਲਾਰ ਕੇ ਕਹਿੰਦੇ ਨੇ, ਫਰੀਦਾ ਜੇ ਤੇਰੀਆਂ ਪੰਜ ਨਮਾਜ਼ਾਂ ਪਰ ਉਹ ਜਾਂਦੀਆਂ ਤੇ ਰੱਬ ਦੇ ਘਰ ਨੂੰ ਆ, ਆਖਾ ਤੈਨੂੰ ਅਸੀਂ ਆਪਣੀ ਗਲਵਖੜੀ ਵਿੱਚ ਲੈ ਲਈਏ। ਸਾਧ ਸੰਗਤ ਗੁਰੂ ਨਾਨਕ ਦਾ ਘਰ ਐਡਾ ਵੱਡਾ ਆ, ਜਿੱਥੇ ਖੱਡੀ ਦੇ ਤੰਦ ਪਾਉਣ ਵਾਲੇ ਬਾਬਾ ਕਬੀਰ ਸਾਹਿਬ ਬੈਠੇ ਨੇ। ਕਬੀਰ ਕਹਿੰਦੇ, ਕਬੀਰ ਕੋਈ ਗੱਲ ਨਹੀਂ। ਪਾਤਸ਼ਾਹ ਕਹਿੰਦੇ, ਕਬੀਰ ਤੇਰੀ ਪ੍ਰੀਤ ਤੇ ਬੜੀ ਪਿਆਰੀ ਆ, ਤੂੰ ਆ ਤੈਨੂੰ ਹਿਰਦੇ ਵਿੱਚ ਆਪਣੀ ਜਗ੍ਹਾ ਦਈਏ। ਇੱਥੇ ਪੰਜ ਨਮਾਜ਼ੀ ਬਾਬਾ ਫਰੀਦ ਸਾਹਿਬ ਬੈਠੇ ਨੇ, ਇੱਥੇ ਖੱਡੀ ਬੁਣਨ ਵਾਲਾ ਕਬੀਰ ਬੈਠਾ, ਇੱਥੇ ਜੁੱਤੀਆਂ ਗੰਢਣ ਵਾਲਾ ਭਗਤ ਰਵਿਦਾਸ ਬੈਠਾ, ਜਿਹਨੂੰ ਲੋਕ ਚਮਰਟਾ ਤੇ ਚਮਾਰ ਕਹਿੰਦੀ ਆ, ਪਰ ਪ੍ਰੀਤ ਇੰਨੀ ਆ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਜੋ ਤੁਮ ਦਿਵਰਾ ਤੋ ਹਮ ਬਾਤੀ। ਗੁਰੂ ਨਾਨਕ ਕਹਿੰਦਾ ਕੋਈ ਗੱਲ ਨਹੀਂ, ਤੂੰ ਜੋਤੀਆਂ ਗਣਦਾ ਤਾਂ ਕੀ ਹੋਇਆ, ਆਖਾਂ ਤੈਨੂੰ ਅਸੀਂ ਆਪਣੇ ਕਾਲਜੇ ਦੇ ਨਾਲ ਲਾਈ। ਉਹ ਉੜੀਸਾ ਦੇ ਰਹਿਣ ਵਾਲਾ ਜੈਦੇਵ ਪੰਡਤ, ਜਿਹੜਾ ਗੂੜ ਸੰਸਕ੍ਰਿਤ ਵਿੱਚ ਬੋਲਦੇ ਨੇ, ਤੇ ਗੁਰੂ ਨਾਨਕ ਕਹਿੰਦੇ ਨੇ ਕੋਈ ਗੱਲ ਨਹੀਂ, ਜੇ ਤੂੰ ਸੰਸਕ੍ਰਿਤ ਦੇ ਵਿੱਚ ਉਸ ਮਾਲਕ ਦੀ ਵਡਿਆਈ ਕਰਦਾ ਆ ਤੇ ਤਾਂ ਕੀ ਹੋਇਆ। ਇੱਕ ਕਸਾਈ ਪੁਣੇ ਦਾ ਕੰਮ ਕਰਨ ਵਾਲਾ ਸਧਨਾ ਵੀ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਤੇਰੇ ਸਾਰੇ ਗੁਨਾਹ ਬਖਸ਼ੇ ਨੇ। ਕਈ ਵਾਰੀ ਨਾ ਮੈਂ ਬੇਨਤੀ ਕਰਾਂ, ਸਿੱਖ ਬੜਾ ਛੋਟਾ ਜਿਹਾ ਦਾਇਰਾ ਬਣਾ ਲੈਂਦੇ ਨੇ। ਉਹ ਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੈ, ਜਿਹਦੇ ਵਿੱਚ ਸਾਰਾ ਸੰਸਾਰ ਤੇ ਸਾਰੀਆਂ ਬੋਲੀਆਂ ਤੇ ਸਾਰੇ ਕੁਟੁੰਬ ਸਮਾ ਜਾਂਦੇ ਨੇ। ਅਸੀਂ ਪਤਾ ਨਹੀਂ ਕਿਉਂ ਇੰਨਾ ਘਰ ਛੋਟੇ ਕਰ ਲਏ ਆਪਣੇ ਤੇ ਗੁਰੂ ਘਰਾਂ ਦੇ। ਸਾਧ ਸੰਗਤ ਜੀ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਚੱਲੇ ਨੇ। ਜੇ ਕਿਸੇ ਨੇ ਨਿਮਰਤਾ ਦੇਖਣੀ ਹੋਵੇ ਨਾ, ਜੇ ਕਿਸੇ ਮਹਾਪੁਰਸ਼ ਦੀ ਨਿਮਰਤਾ ਵੇਖਣੀ ਹੋਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਿਮਰਤਾ ਦੀ ਹੱਦ ਨਹੀਂ। ਯਾਦ ਰੱਖਿਓ, ਜੇ ਕਿਸੇ ਨੇ ਸ਼ਾਂਤੀ ਦੇਖਣੀ ਹੋਵੇ ਵੀ ਸ਼ਾਂਤੀ ਦੀ ਹੱਦ, ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਹੱਦਾਂ ਤੋਂ ਪਰੇ ਨੇ। ਜੇ ਕਿਸੇ ਨੇ ਤਿਆਗ ਦੇਖਣਾ ਹੋਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿਆਗ ਤੋਂ ਪਰੇ ਨੇ। ਤੇ ਬਾਣੀ ਨੇ ਇਦਾਂ ਕਹਿ ਦਿੱਤਾ, ਫਿਰ ਗੁਰੂ ਅਰਜਨ ਪ੍ਰਤੱਖ ਹਰ ਆਂਦੇ, ਜੇ ਰੱਬ ਦੇ ਦੀਦਾਰ ਕਰਨੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲਓ। ਰੱਬ ਨਿਰਵੈਰ ਹੈ, ਨਿਰਭਉ ਹੈ, ਅਕਾਲ ਮੂਰਤ ਹੈ। ਗੁਰੂ ਅਰਜਨ ਦੇਵ ਮਹਾਰਾਜ ਵੀ ਇਦਾਂ ਹੀ ਨੇ। ਸਾਧ ਸੰਗਤ ਜੀ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਚੱਲੇ ਨੇ ਅੱਜ। ਕਾਦੇ ਲਈ? ਲਾਹੌਰ ਸ਼ਹਿਰ ਲਈ ਚੱਲੇ ਨੇ। ਇਹ ਲਾਹੌਰ
ਵੀ ਆਪਣੇ ਆਪ ਵਿੱਚ ਬਹੁਤ ਸਿੱਖਾਂ ਦੇ ਇਤਿਹਾਸ ਲਕੋਈ ਬੈਠਾ ਹੈ। ਅੱਜ ਸਿੱਖ ਦੀ ਅਰਦਾਸ ਆ ਵੀ ਜਿਨ੍ਹਾਂ ਗੁਰਦੁਆਰੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਸਾਧ ਸੰਗਤ, ਇਹ ਲਾਹੌਰ ਸ਼ਹਿਰ ਕਿਤੇ ਇੱਥੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਿਰ ਤੇ ਟੋਕਰੀ ਰੱਖ ਕੇ ਘੁੰਗਣੀਆਂ ਵੇਚਦੇ ਰਹੇ। ਲਾਹੌਰ ਸ਼ਹਿਰ, ਚੂਨਾ ਮੰਡੀ, ਇਹ ਲਾਹੌਰ ਸ਼ਹਿਰ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਚੱਲੇ ਨੇ। ਇਹ ਲਾਹੌਰ ਸ਼ਹਿਰ ਜਿੱਥੇ ਭਾਈ ਤਾਰੂ ਸਿੰਘ ਸਾਹਿਬ ਨੇ ਸਿੱਖੀ ਸਿਦਕ ਨਿਭਾਇਆ। ਲਾਹੌਰ ਸ਼ਹਿਰ ਜਿੱਥੇ ਉਹਨਾਂ ਮਾਵਾਂ ਨੇ ਖੰਨੀ ਖੰਨੀ ਰੋਟੀ ਨਾਲ ਗੁਜ਼ਰਾਨ ਕਰਕੇ ਸਿੱਖੀ ਸਿਦਕ ਨੂੰ ਨਿਭਾਇਆ ਜੀ। ਤੇ ਮਾਤਾ ਗੰਗਾ ਮਹਿਲ, ਮਾਤਾ ਗੰਗਾ ਮਹਿਲ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇੱਕ ਪੁੱਤਰ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਤੇ ਜਾਂਦੇ ਜਾਂਦੇ ਨਾ ਹੁਕਮ ਤੇ ਰਜ਼ਾ ਤੋਂ ਅੱਜ ਗੱਲ ਸ਼ੁਰੂ ਹੋਈ ਸੀ। ਮੈਂ ਕੋਸ਼ਿਸ਼ ਕਰੂੰਗਾ ਵੀ ਉੱਥੇ ਹੀ ਆਪਾਂ ਧਿਆਨ ਰੱਖੀਏ ਵੀ ਹੁਕਮ ਕੀ ਹੈ ਤੇ ਰਜ਼ਾ ਕੀ ਹੈ। ਸਾਧ ਸੰਗਤ, ਮਾਤਾ ਗੰਗਾ ਨੂੰ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ, ਆਂਦੇ ਜਿਹੜੇ ਕੰਮ ਲਈ ਅਸੀਂ ਜਾ ਰਹੇ ਹਾਂ ਨਾ, ਉਹ ਬੜਾ ਮਹਾਨ ਕੰਮ ਹੈ, ਗੁਰੂ ਨਾਨਕ ਦੇ ਘਰ ਦਾ ਕੰਮ ਹੈ। ਤੇ ਉਸ ਮਾਲਕ ਦਾ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਹੁਕਮ ਆ, ਇਹ ਸੇਵਾ ਜਿਹੜੀ ਆ ਲਾਹੌਰ ਜਾਣਾ, ਇਹ ਸਾਡੇ ਹਿੱਸੇ ਆਈ ਆ। ਤੇ ਤੁਸੀਂ ਉਸ ਮਾਲਕ ਦਾ, ਅਸੀਂ ਜਿਹੜੇ ਵੀ ਰੂਪ ਵਿੱਚ ਲਾਹੌਰੋਂ ਆਈਏ, ਤੁਸੀਂ ਉਸ ਮਾਲਕ ਦਾ ਸ਼ੁਕਰਾਨਾ ਕਰਨਾ, ਉਸ ਦਾਤੇ ਦਾ ਅੱਗੇ ਅਰਜ਼ੋਈ ਕਰਦੇ ਰਹਿਣਾ। ਕਿਉਂਕਿ ਸਤਿਗੁਰੂ ਜਾਣਦੇ ਸਨ ਲਾਹੌਰ ਕੀ ਹੋਣ ਵਾਲਾ ਹੈ। ਉਹ ਤੇ ਜਾਣਦਾ ਹੈ ਨਾ, ਰੱਬ ਤੇ ਸਾਰਾ ਕੁਝ ਜਾਣਦਾ ਹੈ। ਸਾਧ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ, ਉਹ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗੇ ਸਤਿਗੁਰ ਦਿੱਤੇ, ਉਹ ਸਤਿਗੁਰੂ ਜਿਨ੍ਹਾਂ ਨੇ ਸੱਚਖੰਡ ਹਰਿਮੰਦਰ ਸਾਹਿਬ ਵਰਗੀਆਂ ਦਾਤਾਂ, ਉਹ ਦੁਨੀਆ ਦਾ ਮਹਾਨ ਮੁਜੱਸਮਾ, ਸ਼ਾਂਤੀ ਦਾ ਸੋਮਾ, ਸਾਰੇ ਸੰਸਾਰ ਦਾ ਸਾਂਝਾ ਤੀਰਥ ਸੱਚਖੰਡ ਹਰਿਮੰਦਰ ਸਾਹਿਬ ਦਿੱਤਾ, ਉਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਚੱਲੇ ਨੇ। ਇੱਕ ਗੱਲ ਇੱਥੇ ਮੈਂ ਰੋਕ ਕੇ ਕਰਨਾ ਚਾਹੁੰਦਾ, ਦੁਨੀਆ ਤੇ ਬਹੁਤ ਬਿਲਡਿੰਗਾਂ ਬਣੀਆਂ ਨੇ, ਤਾਜ ਮਹਿਲ ਬਣੇ ਨੇ, ਤਾਜ ਮਹਿਲ ਵਰਗੇ ਬਣੇ ਨੇ, ਉਹ 1800 ਫੁੱਟ ਉੱਚੇ, 1000 ਫੁੱਟ ਟਾਵਰ ਬਣੇ ਨੇ ਦੁਨੀਆ ਤੇ, ਬਹੁਤ ਮਹਿੰਗੇ ਮਹਿੰਗੇ ਪੁਲ ਬਣੇ ਨੇ, ਬੜੇ ਵੱਡੇ ਵੱਡੇ ਸੋਨੇ ਦੇ ਮੰਦਿਰ ਬਣੇ ਨੇ, ਕਮੀ ਕੋਈ ਨਹੀਂ ਨਾ। ਪਰ ਜਿਹੜਾ ਸੱਚਖੰਡ ਹਰਿਮੰਦਰ ਸਾਹਿਬ ਹੈ ਨਾ ਸਾਧ ਸੰਗਤ ਜੀ, ਉਹ ਇੱਟਾਂ ਪੱਥਰਾਂ ਦੀ ਤੇ ਸੋਨੇ ਦੀ ਇਮਾਰਤ ਨਹੀਂ ਹੈ, ਨਾ ਨਾ। ਉਹ ਤਾਂ ਰੱਬ ਦਾ ਉਹ ਘਰ ਹੈ ਜਿਸ ਨੂੰ ਰੱਬ ਨੇ ਆਪ ਆਪਣੇ ਹੱਥੀ ਟੋਕਰੀਆਂ ਚੁੱਕ ਕੇ, ਆਪ ਸੇਵਾ ਕਰਕੇ ਆਪਣੇ ਰਹਿਣ ਲਈ ਬਣਾਇਆ ਹੈ। ਸੱਚਖੰਡ ਹਰਿਮੰਦਰ ਸਾਹਿਬ ਦੇ ਜਿਹੜੇ 4 ਦਰਵਾਜ਼ੇ ਨੇ, ਉਹ ਉਹਨਾਂ ਮਹਾਨ ਪੁਰਸ਼ਾਂ ਦੀ ਸਾਂਝੀ ਪ੍ਰੀਤ ਦੀ ਯਾਦ ਦਿਵਾਉਂਦੇ ਨੇ, ਉਸ ਪਿਆਰ ਦੀ ਯਾਦ ਦਿਵਾਉਂਦੇ ਨੇ। ਦੇਖੋ ਕਮਾਲ ਹੈ ਨਾ, ਗੁਰੂ ਨਿਰਵੈਰ ਹੈ,
ਇਹਨੇ ਬੈਰਾਂ ਦੀਆਂ ਗੰਢਾਂ ਬੰਨੀਆਂ ਹੋਈਆਂ। ਸਾਈਂ ਮੀਆਂ ਮੀਰ ਜੀ ਧਰਮ ਵੀ ਹੋਰ ਆ, ਗ੍ਰੰਥ ਵੀ ਉਹਨਾਂ ਦਾ ਹੋਰ ਹੈ, ਉਹਨਾਂ ਦੀ ਭਗਤੀ ਕਰਨ ਦਾ ਤਰੀਕਾ ਵੀ ਹੋਰ ਹੈ। ਸਾਈਂ ਮੀਆਂ ਮੀਰ ਜੀ ਦਾ ਸਾਧ ਸੰਗਤ ਜੀ, ਗੁਰੂ ਨਾਲ ਨਾ ਗ੍ਰੰਥ ਰਲਦਾ, ਨਾ ਪੰਥ ਰਲਦਾ, ਨਾ ਧਰਮ ਰਲਦਾ, ਨਾ ਸਿਜਦਾ ਹੀ ਰਲਦਾ, ਨਾ ਵਰਦੀ ਹੋਈ ਰਲਦੀ ਆ ਸਾਈਂ ਮੀਆਂ ਮੀਰ ਜੀ ਦੀ। ਜਿਵੇਂ ਦੁਨੀਆ ਦਾ ਮੇਲਾ ਵੇਖ ਕੇ ਮੁੜੀਦਾ ਨਾ, ਹਰਿਮੰਦਰ ਸਾਹਿਬ ਏਦਾਂ ਨਾ ਜਾਈਏ। ਉੱਥੇ ਤਾਂ ਭਾਈ ਮਣੀ ਸਿੰਘ ਸਾਹਿਬ ਮਿਲਣਗੇ, ਉੱਥੇ ਤਾਂ ਗੁਰੂ ਕੇ ਲਾਲ ਸੇਵਾ ਕਰਦੇ ਮਿਲਣਗੇ। ਉੱਥੇ ਪਤਾ ਨਹੀਂ ਕਿੰਨੇ ਕੁ ਗੁਰੂ ਕੇ ਸਿੱਖ ਚੌਰ ਛਤਰ ਕਰਦੇ ਮਿਲਣਗੇ। ਉੱਥੇ ਪਤਾ ਨਹੀਂ ਕਿੰਨੇ ਕੁ ਮਰਜੀਵੜੇ ਉਹ ਹਰਿਮੰਦਰ ਸਾਹਿਬ ਦੀ ਰਾਖੀ ਲਈ ਆਪਣੇ ਸਿਰ ਲਾਉਣ ਵਾਲੇ ਮਿਲਣਗੇ। ਸਾਧ ਸੰਗਤ ਜੀ, ਇਸ ਕਰਕੇ ਜਦੋਂ ਉੱਥੇ ਜਾਣਾ ਨਾ, ਉੱਥੋਂ ਅਰਦਾਸ ਕਰਕੇ ਜਾਣਾ, ਸੱਚੇ ਪਾਤਸ਼ਾਹ ਮੈਂ ਉਹਨਾਂ ਬੜਭਾਗੀਆਂ ਚੋਂ ਆ ਜਿਹੜੇ ਤੇਰੇ ਦਰ ਦਾ ਦੀਦਾਰ ਕਰਦੇ ਨੇ। ਤੇ ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਤੇ ਸਾਈਂ ਮੀਆਂ ਮੀਰ ਉਸ ਫਕੀਰ ਦੇ ਪਿਆਰ ਦੀ ਨਿਸ਼ਾਨੀ ਹੈ। ਉਹਨਾਂ ਦੋਵਾਂ ਦੀ ਮਿੱਤਰਤਾ ਦੀ ਨਿਸ਼ਾਨੀ ਹੈ। ਜਿਹੜਾ ਯਾਰਾਨਾ ਹੁੰਦਾ ਨਾ ਜੀ, ਯਾਰ ਜਿਹਨੂੰ ਕਹਿੰਦੇ ਨੇ, ਉਹ ਪੁੱਤ ਤੋਂ, ਰਿਸ਼ਤਿਆਂ ਤੋਂ ਸਭ ਤੋਂ ਉੱਤੇ ਹੁੰਦਾ। ਯਾਦ ਰੱਖਿਓ, ਯਾਰ ਨਾਲ, ਯਾਰ ਦਾ ਅਰਥ ਹੈ ਜ਼ਾਹਰ, ਜਿਹਦੇ ਨਾਲ ਸਾਰੀ ਗੱਲ ਸਾਂਝੀ ਕੀਤੀ ਜਾ ਸਕਦੀ ਆ। ਪਾਤਸ਼ਾਹ ਵੀ ਇਹ ਗੱਲ ਕਹਿੰਦੇ ਨੇ, ਕਹਿੰਦੇ ਤੂੰ ਤਾਂ ਮੈਨੂੰ ਯਾਰ ਨਾਲੋਂ ਵੀ, ਆਪਣੇ ਮਿੱਤਰ ਨਾਲੋਂ ਵੀ ਮਾੜਾ ਸਮਝਦਾ। ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ। ਯਾਰ ਨਾਲ, ਜਿਹਦੇ ਨਾਲ ਮਿੱਤਰਤਾ ਹੋਵੇ, ਉਹਦੇ ਤੋਂ ਗੱਲ ਦਾ ਕੋਈ ਪਰਦਾ ਨਹੀਂ, ਓਹਲਾ ਨਹੀਂ ਰੱਖਿਆ ਜਾ ਸਕਦਾ। ਕਹਿੰਦੇ ਪਾਤਸ਼ਾਹ ਤੇਰੇ ਤੋਂ ਕਿਹੜੀ ਗੱਲ ਲੁਕੀ ਆ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ, ਤਿਸ ਮੋਹਨ ਲਾਲ ਪਿਆਰੇ, ਹੋਂ ਫਿਰੋਂ ਖੋਜੰਤੀਆ। ਮੋਹਨ ਲਾਲ ਪਿਆਰੇ, ਹੋਂ ਫਿਰੋਂ ਖੋਜੰਤੀਆ। ਮੋਹਨ ਲਾਲ ਪਿਆਰੇ, ਹੋਂ ਫਿਰੋਂ ਖੋਜੰਤੀਆ। ਸੁਣ
यार हमारे सजन एक करो बेनंतिया यार हमारे सजन करो बेनंतिया। कहते तू उस रब नूं ना अपना यार बना ला ते यार नाल सारा याराने दी गल कीती जा सकदी है, पर तू तां गल ही नहीं करदा। तू तां जदों भी ओहदे कोले आउणा को 5-4 अलांभे तैयार ही ने, ਉਹ ਦੇ ਜਾਣਾ ਫਿਰ ਨਵੇਂ ਲੈਣ ਫਿਰ ਜਾਂਦਾ ਰਹਿਣਾ। ਤੂੰ ਤਾਂ ਕਿਹਾ ਹੀ ਨਹੀਂ ਉਹਨੂੰ ਕਦੇ ਵੀ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤੇ ਸਮੋਹਨ ਲਾਲ ਪਿਆਰੇ ਹਉ ਫਿਰੋਂ ਖੁਜੰਤੀਆ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਸ਼ਹਿਰ ਪਹੁੰਚੇ ਨੇ। ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਬੜਾ ਨਾਰਾਜ਼ ਹੈ ਜਹਾਂਗੀਰ। ਉਹ ਚਾਹੁੰਦਾ ਵੀ ਸਾਡੇ ਜਿੰਨਾ ਸਤਿਕਾਰ ਹੋਰ ਦੁਨੀਆ ਤੇ ਕਿਸੇ ਬੰਦੇ ਦਾ ਨਹੀਂ ਹੋਵੇ। ਸਿਆਸਤਦਾਨ ਇਦਾਂ ਹੀ ਚਾਹੁੰਦੇ ਹੁੰਦੇ ਨੇ, ਰਾਜੇ ਇਦਾਂ ਹੀ ਚਾਹੁੰਦੇ ਹੁੰਦੇ ਨੇ। ਚੰਦੂ ਜਿਹੜਾ ਇਹ ਜਹਾਂਗੀਰ ਦੇ ਕੰਨ ਭਰਦਾ, ਤੇ ਤੀਜਾ ਜਿਹੜਾ ਬੰਦਾ ਉਹ ਮੁਰਤਜ਼ਾ ਖਾਨ ਆ। ਇਹ ਕਹਿੰਦਾ ਵੀ ਮੁਰਤਜ਼ਾ ਖਾਨ ਦੀ ਪਤਾ ਕੀ ਸੋਚ ਆ। ਕਹਿੰਦਾ ਧਰਮ ਤਾਂ ਹੋਵੇ, ਇਹ ਗੱਲ ਨਹੀਂ ਵੀ ਉਹ ਧਰਮੀ ਨਹੀਂਗਾ। ਕਹਿੰਦਾ ਧਰਮ ਤਾਂ ਹੋਵੇ ਪਰ ਮੇਰਾ ਹੀ ਹੋਵੇ, ਇਸਲਾਮ ਹੀ ਹੋਵੇ। ਕਹਿੰਦਾ ਧਰਮ ਤਾਂ ਧਰਮ ਦੀ ਗੱਲ ਤਾਂ ਹੋਵੇ, ਮੁਰਤਜ਼ਾ ਖਾਂ ਕਹਿੰਦਾ, ਪਰ ਮੇਰੇ ਧਰਮ ਦੀ ਗੱਲ ਹੋਵੇ, ਦੂਜਿਆਂ ਦੇ ਧਰਮ ਦੀ ਗੱਲ ਨਹੀਂ ਹੋਵੇ। ਤੇ ਪਾਸ਼ਾ ਦੀਨ ਦੁਨੀਆ ਦੀ ਵਾਲੀ, ਮੈਂ ਗੱਲ ਇੱਥੇ ਆਰੰਭ ਕੀਤੀ ਸੀ, ਦੁਨੀਆ ਦਾ ਕੋਈ ਸਵਾਲ ਨਹੀਂ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਛੁਪਿਆ ਨਹੀਂ। ਪਾਸ਼ਾ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਕੌਣ ਭਲੇ ਕੋ ਮੰਦੇ। ਖਾਲਕ ਖਲਕ ਖਲਕ ਮੈਂ ਖਾਲਕ, ਪਾਸ਼ਾ ਨੇ ਤਾਂ ਸਾਰੇ ਵਹਿਮ ਮਕਾ ਦਿੱਤੇ। ਤੇ ਸਾਧ ਸੰਗਤ ਜੀ ਆਂਦੇ ਜੇ ਸਾਡੀ ਗੱਲ ਨਹੀਂ ਨਾ ਮੰਨਦੇ, ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਨਾ, ਤੇ ਇਹਨਾਂ ਨੂੰ ਤਸੀਹੇ ਦੇ ਕੇ ਤੇ ਸ਼ਹੀਦ ਕਰ ਦਿੱਤਾ ਜਾਵੇ, ਮਾਰ ਦਿੱਤਾ ਜਾਵੇ। ਹੁਕਮ ਦਿੱਤਾ ਜਹਾਂਗੀਰ ਨੇ। ਪਹਿਲਾਂ ਹੁਕਮ ਹੋਇਆ, ਹੁਕਮ ਇਹ ਹੈ, ਹੁਕਮ ਤੇ ਰਜ਼ਾ ਦੀ ਗੱਲ ਚੱਲ ਰਹੀ ਆ। ਹੁਕਮ ਇਹ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਤੇ ਆਏ ਨੇ, ਤਖਤਾਂ ਤੇ ਬੈਠੇ ਨੇ, ਤੇ ਰਜ਼ਾ ਇਹ ਆ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਹੁਕਮ ਸੀ ਪਾਤਸ਼ਾਹ ਉਦੋਂ ਵੀ ਹੱਥ ਜੋੜਦੇ ਸੀ, ਜਦੋਂ ਹੁਣ ਰਜ਼ਾ ਅੱਗੇ ਆਉਣ ਲੱਗੀ ਆ ਉਸ ਡਾਢੇ ਰੱਬ ਦੀ, ਉਦੋਂ ਵੀ ਸਿਰ ਮੱਥੇ ਖਿੜੇ ਮੱਥੇ ਕਬੂਲ ਕਰਨ ਲੱਗੇ ਨੇ। ਤੇ ਸਾਧ ਸੰਗਤ ਜੇਠ ਦਾ ਮਹੀਨਾ ਹੈ, ਜੇਠ ਦੇ ਮਹੀਨੇ ਵਿੱਚ ਧਰਤੀ ਤੇ ਪੱਬ ਨਹੀਂ ਜੇ ਲੱਗਦੇ, ਪੈਰ ਨਹੀਂ ਲੱਗਦੇ। ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਤੱਤੀ ਰੇਤ ਉੱਤੇ ਬਿਠਾਇਆ ਗਿਆ। ਮੈਂ ਰਜ਼ਾ ਦੀ ਗੱਲ ਕਰ ਰਿਹਾ, ਇਹ ਨਹੀਂ ਐਸੀ ਕੋਈ ਗੱਲ ਨਹੀਂ ਵੀ ਗੁਰੂ ਅਰਜਨ ਦੇਵ ਮਹਾਰਾਜ ਉਹ ਤੱਤੇ ਰੇਤੇ ਨੂੰ ਠੰਡਾ ਨਹੀਂ ਕਰ ਸਕਦੇ। ਨਾ 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 ਨਾ, ਇਦਾਂ ਨਹੀਂ ਹੋ ਸਕਿਆ। ਉਹ ਕਰ ਸਕਦਾ ਆ, ਪਰ ਸਾਧ ਸੰਗਤ ਜੀ
ਜਿਹੜੇ ਮਾਲਕ ਦੇ ਉਹ ਭੇਜੇ ਆਏ ਨੇ ਨਾ, ਉਹਦੀ ਰਜ਼ਾ ਵੀ ਰੇਤ ਨੇ ਵੀ ਤੱਤਾ ਹੀ ਰਹਿਣਾ ਤੇ ਤੁਸੀਂ ਵੀ ਚੌਂਕੜਾ ਲਾਉਣਾ। ਸਰੀਰ ਤੱਤੀ ਰੇਤ ਨਾਲ ਥੱਲਿਓਂ ਛੰਨੀ ਹੋ ਗਿਆ, ਛਾਲੇ ਹੋ ਗਏ। ਸਾਰੀ ਰਾਤ ਲੰਘੀ ਉਸ ਮਾਲਕ ਦਾ ਸ਼ੁਕਰਾਨਾ ਕਰਦਿਆਂ, ਉਸ ਮਾਲਕ ਦੀ ਇਬਾਦਤ ਕਰਦਿਆਂ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਦੂਜੇ ਦਿਨ ਕੀ ਕੀਤਾ? ਦੇਗ ਨੂੰ ਉਬਾਲ ਲਿਆ ਗਿਆ ਤੇ ਪਾਣੀ ਐਨ ਪੂਰਾ ਗਰਮ ਕਰ ਲਿਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਦੇਗ ਵਿੱਚ ਬਿਠਾ ਦਿੱਤਾ ਗਿਆ। ਉਹ ਗਰਮ ਜਲ ਨਾਲ ਜਿਹੜਾ ਸਰੀਰ ਆ ਨਾ ਪੂਰਾ ਪੁਰੰਗ ਲਿਆ ਗਿਆ, ਜਿਵੇਂ ਕੋਈ ਚੀਜ਼ ਭੁੱਜਦੀ ਆ, ਸਰੀਰ ਇਦਾਂ ਭੁੱਜ ਗਿਆ। ਰਜ਼ਾ ਦੀ ਹੱਦ ਖਤਮ ਹੋ ਜਾਂਦੀ ਹੈ। ਮੈਂ ਕਦੇ ਗੁਰੂ ਨਾਨਕ ਦੇ ਸਿੱਖਾਂ ਦਾ ਕਲੰਗੀਆਂ ਤੇ ਕਲੰਗੀਆਂ ਵਾਲੇ ਸਿੱਖਾਂ ਦਾ ਸਿਦਕ ਦੇਖਦਾ। ਉਹ ਰਜ਼ਾ ਦਾ ਜੇ ਡੈਫੀਨੇਸ਼ਨ ਰਜ਼ਾ ਤੇ ਹੁਕਮ ਦੀ ਦੇਖਣੀ ਆ ਤੇ ਗੁਰੂ ਘਰ ਦੇ ਸਿੱਖਾਂ ਦੀ ਦੇਖ ਲਈਏ, ਸਾਰੀਆਂ ਹੱਦਾਂ ਮੁੱਕ ਜਾਂਦੀਆਂ ਨੇ। ਕਿਤੇ ਸਿਰ ਤੇ ਆਰਾ ਚੱਲਣ ਲੱਗਿਆ, ਇਹ ਨਹੀਂ ਵੀ ਆਰਾ ਤਕਲੀਫ ਨਹੀਂ ਦਿੰਦਾ, ਇਹ ਨਹੀਂ ਵੀ ਆਰੇ ਨੇ ਕੁਝ ਕਰਨਾ ਨਹੀਂ, ਨਾ ਨਾ ਨਾ, ਇਹ ਨਹੀਂ ਗੱਲ ਹੈ। ਪਰ ਪਤਾ ਵੀ ਜਿਹੜੇ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠੇ ਨੇ ਨਾ, ਉਹਨਾਂ ਆਰਾ ਲੱਗਣ ਹੀ ਨਹੀਂ ਦੇਣਾ, ਉਹਨਾਂ ਚੱਲਦੇ ਹੋਏ ਆਰੇ ਦੀ ਤਕਲੀਫ ਆਉਣ ਹੀ ਨਹੀਂ ਦੇਣੀ। ਤੇ ਸਾਧ ਸੰਗਤ ਕਿੰਨਾ ਕੁ ਪਿਆਰ ਹੈ ਬਾਣੀ ਨਾਲ। ਸਾਰੀ ਜ਼ਿੰਦਗੀ ਜਪਜੀ ਸਾਹਿਬ ਦਾ ਪਾਠ ਕੀਤਾ। ਇਹ ਕੋਈ ਗੁਰਮਤਿ ਕੋਈ ਬਹਿਸ ਦਾ ਵਿਸ਼ਾ ਨਹੀਂ ਹੈ, ਰੱਬ ਕੋਈ ਬਹਿਸਣ ਦਾ ਵਿਸ਼ਾ ਨਹੀਂ ਹੈ ਵੀ ਮੇਰੀ ਦਲੀਲ ਆ ਤੇ ਤੇਰੀ ਦਲੀਲ ਹੈ। ਇਹ ਤੇ ਸਾਧ ਸੰਗਤ ਜੀ ਭਗਤੀ ਦਾ ਮਾਰਗ ਆ, ਇਹ ਤੇ ਸ਼ਰਧਾ ਵਾਲਿਆਂ ਦੀਆਂ ਮੰਜ਼ਲਾਂ ਨੇ, ਇਹ ਤੇ ਪਿਆਰ ਵਾਲਿਆਂ ਦੀਆਂ ਮੰਜ਼ਲਾਂ ਨੇ। ਇਹ ਬਹਿਸ ਦਾ ਵਿਸ਼ਾ ਨਹੀਂ ਹੈ, ਨਾ ਨਾ ਨਾ, ਇਦਾਂ ਨਹੀਂ। ਇਦਾਂ ਕਿਵੇਂ ਹੋ ਸਕਦਾ ਆ ਵੀ ਸਰੀਰ ਦੇ ਦੋ ਫਾੜ ਹੋਏ ਨੇ ਫਿਰ ਵੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਆ। ਪਰ ਸਾਧ ਸੰਗਤ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਮਣੇ ਬੈਠੇ ਨੇ ਨਾ, ਉਹ ਤਾਂ ਸਰੀਰ ਦਾ ਭਾਵੇਂ ਕੀਮਾ ਹੋ ਜਾਏ ਤਾਂ ਵੀ ਜਪਜੀ ਸਾਹਿਬ ਦੀ ਆਵਾਜ਼ ਆ ਸਕਦੀ ਹੈ। ਇਹ ਤੇ ਸਰੀਰ ਹੀ ਦੋ ਫਾੜ ਹੋਇਆ। ਉਬਲਦੀ ਦੇਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਕੇ ਮੋਹਿਤ, ਨਮਰਤਾ ਦੇ ਪੁੰਜ, ਸ਼ਾਂਤੀ ਦੇ ਪੁੰਜ, ਆਨੰਦ ਦੇ ਮੁਜੱਸਮੇ ਉਬਲਦੀ ਦੇਗ ਵਿੱਚ ਬੈਠੇ ਨੇ। ਤੇ ਗਾਉਣ ਵਾਲਿਆਂ ਨੇ ਇਦਾਂ ਗਾਇਆ, ਤਤੀ ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ। ਤਤੀ ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ। ਤਤੀ ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ। ਤਤੀ ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ। ਤਤੀ ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ। ਤਤੀ ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ।
ਹਾਂ ਤਤੀ ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ, ਮਾਲਕ ਸਾਰੀ ਦੁਨੀਆ ਦਾ। ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ। ਤਤੀ ਲੋ ਤੇ ਸਮਾਧੀ ਲਾ ਕੇ ਬਹਿ ਗਿਆ, ਮਾਲਕ ਸਾਰੀ ਦੁਨੀਆ ਦਾ। ਸਮਾਧੀ ਦੇ ਅਰਥ ਨੇ ਸਮਾਂ ਧਾਨ। ਚੌਂਕੜਾ ਮਾਰਨ ਨੂੰ ਸਮਾਧੀ ਨਹੀਂ ਕਹਿੰਦੇ। ਮਨ ਬੜੇ ਪਖੰਡ ਪਖੰਡ ਕਰਦਾ ਦੁਨੀਆ ਨੂੰ ਵਿਖਾਉਣ ਲਈ। ਜਦੋਂ ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ, ਇੱਕ ਮਰਨ ਤੇ ਦੋ ਮੋਏ, ਦੋ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੋਏ, ਚਾਰ ਪੁਰਖ ਦੋਏ ਨਾਰ। ਜਿੱਥੇ ਆਸਾ ਤ੍ਰਿਸ਼ਨਾ ਸਭ ਖਤਮ ਹੋ ਜਾਂਦੀਆਂ ਨੇ, ਉਸ ਅਵਸਥਾ ਨੂੰ ਸਮਾਂ ਧਾਨ ਕਹਿੰਦੇ ਨੇ ਤੇ ਉਹਨੂੰ ਸਮਾਧੀ ਕਹਿੰਦੇ ਨੇ। ਉਹ ਟੁੱਟਦੀ ਨਹੀਂ ਜੀ। ਫਿਰ ਆਰਿਆਂ ਤੇ, ਚਰਖੜੀਆਂ ਤੇ, ਤਵੀਆਂ ਤੇ ਉਹ ਨਹੀਂ ਟੁੱਟਦੀ, ਸਮਾਂ ਧਾਨ ਹੋ ਜਾਂਦਾ ਹੈ। ਪਾਤਸ਼ਾਹ ਨੇ ਇਸੇ ਸਮਾਧੀ ਨੂੰ ਹੀ, ਇਸੇ ਸਮਾਂ ਧਾਨ ਨੂੰ ਸਮਾਧੀ ਕਿਹਾ। ਗੁਰਮਤਿ ਦੀ ਸਮਾਧੀ ਇਹੀ ਆ। ਅੱਜ ਤੀਜਾ ਤੇ ਅਖੀਰਲਾ ਦੇਣਾ। ਅੱਜ ਜ਼ਾਲਮ ਨੇ ਵੀ ਹੱਦ ਮੁਕਾ ਦਿੱਤੀ ਤੇ ਅੱਜ ਸਤਿਗੁਰਾਂ ਵੀ ਪਿਆਰ ਦੀ, ਤਿਆਗ ਦੀ ਹੱਦ ਮੁਕਾ ਦਿੱਤੀ। ਅੱਜ ਤਵੀ ਨੂੰ ਐਨ ਲਾਲ ਸੁਰਖ ਕਰ ਲਿਆ। ਉਧਰੋਂ ਜੇਠ ਦਾ ਮਹੀਨਾ ਆ, ਉਹ ਵੀ ਤਪ ਰਿਹਾ, ਉਧਰੋਂ ਤਵੀ ਵੀ ਲਾਲ ਆ, ਥੱਲੇ ਅੱਗ ਬਲ ਰਹੀ ਆ। ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਦਿੱਤਾ। ਇੱਥੇ ਨਹੀਂ ਰੁਕੇ, ਸਿਰ ਵਿੱਚ ਤੱਤੀ ਰੇਤ ਪਾਉਣ ਲੱਗੇ। ਹੁਣ ਇੱਕ ਸੱਜਣ ਆਇਆ, ਆਪਾਂ ਸਮਾਪਤੀਆਂ ਵੱਲ ਜਾ ਰਹੇ ਹਾਂ। ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਿੱਤਰ ਆਏ। ਕਦੇ ਟਾਈਮ ਸੀ ਸੱਚਖੰਡ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਸੀ ਤੇ ਲਾਹੌਰ ਤੋਂ ਆਪਣੇ ਮਿੱਤਰ ਸਾਈਂ ਮੀਆਂ ਮੀਰ ਨੂੰ ਬੁਲਾਇਆ ਸੀ ਤੇ ਉਹਨਾਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸੱਚਖੰਡ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਹੁਣ ਆਪਣੇ ਪਿਆਰੇ ਮਿੱਤਰ ਦਾ ਇਹ ਹਾਲ ਕਿੱਦਾਂ ਦੇਖ ਸਕਦੇ ਨੇ? ਆ ਕੇ ਹੱਥ ਜੋੜੇ, ਸੱਚੇ ਪਾਤਸ਼ਾਹ ਇਹ ਕੀ ਭਾਣਾ ਵਰਤਾ ਰਹੇ ਹੋ? ਤੱਤੀ ਲੋਹ ਆ, ਉੱਤੇ ਤੱਤੀ ਰੇਤ ਪਈ ਜਾਂਦੀ ਆ, ਇਹ ਕੀ ਕੌਤਕ ਹੈ ਤੁਹਾਡਾ? ਕਹਿੰਦੇ ਮੀਆਂ ਮੀਰ ਜੀ, ਇਹ ਉਸ ਮਾਲਕ ਦੀ ਰਜ਼ਾ ਹੈ, ਉਸ ਪਿਆਰੇ ਨੇ ਜਿਨੇ ਸਾਨੂੰ ਦੁਨੀਆ ਤੇ ਭੇਜਿਆ। ਇਹ ਉਸ ਮਾਲਕ ਦੀ, ਸੱਚੇ ਪਾਤਸ਼ਾਹ ਦੀ ਰਜ਼ਾ ਹੈ। ਕਹਿੰਦੇ ਇਦਾਂ ਨਹੀਂ ਹੋ ਸਕਦਾ, ਰੱਬ ਦੇ ਪਿਆਰਿਆਂ ਨਾਲ ਐਡਾ ਕਹਿਰ ਨਹੀਂ ਹੋ ਸਕਦਾ। ਜੇ ਤੁਸੀਂ ਕਹੋ ਤੇ ਦਿੱਲੀ ਤੇ ਲਾਹੌਰ ਦਾ ਖੁਰਾ ਪਾਤ ਮਿਟਾ ਦਿਆਂ। ਮਹਾਰਾਜ ਕਹਿੰਦੇ ਨਹੀਂ ਨਹੀਂ ਨਹੀਂ, ਮੀਆਂ ਮੀਰ ਜੀ ਤੇਰੇ ਨਾਲ ਇੱਕ ਵਾਅਦਾ ਹੋਇਆ ਸੀ। ਕਹਿੰਦੇ ਕੀ ਸੱਚੇ ਪਾਤਸ਼ਾਹ? ਜਦੋਂ ਤੁਸੀਂ ਸੱਚਖੰਡ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ, ਇੱਕ ਵਾਅਦਾ ਹੋਇਆ ਸੀ ਵੀ ਅੱਜ ਤੁਸੀਂ ਕਿਹਾ ਸੀ ਸੱਚੇ ਪਾਤਸ਼ਾਹ ਤੁਹਾਡੇ ਹੁੰਦਿਆਂ ਅਸੀਂ ਨੀਂਹ ਪੱਥਰ ਕਿਵੇਂ ਰੱਖ ਸਕਦੇ ਹਾਂ? ਤੇ ਅਸੀਂ ਤੁਹਾਨੂੰ ਕਿਹਾ ਸੀ, ਗੁਰੂ ਅਰਜਨ ਦੇਵ ਮਹਾਰਾਜ ਸਾਈਂ ਮੀਆਂ ਮੀਰ ਨੂੰ ਕਹਿਣ ਲੱਗੇ, ਅੱਜ ਸਮਾਂ ਜਿਹੜਾ ਹੈ ਉਹ ਇਹ ਕਹਿੰਦਾ ਵੀ ਤੁਸੀਂ ਸੱਚਖੰਡ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖੋ। ਇੱਕ ਦਿਨ ਸਮਾਂ ਆਉਣਾ ਨੀਂਹ ਪੱਥਰ ਅਸੀਂ ਵੀ ਰੱਖਣਾ। ਪਰ ਜਿੱਦਾਂ ਅੱਜ ਮੇਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਹੋਰੀ ਮੁਸਕਰਾ ਰਹੇ ਨੇ, ਭਾਈ ਬਿਧੀ ਚੰਦ ਹੋਰੀ ਮੁਸਕਰਾ ਰਹੇ ਨੇ, ਗੁਰੂ ਕੀਆਂ ਤੇਗਾਂ ਲੰਗਰ ਚੱਲ ਰਹੇ ਨੇ। ਜਿੱਦਣ ਅਸੀਂ ਨੀਂਹ ਪੱਥਰ ਰੱਖਿਆ ਤੁਸੀਂ ਵੀ ਇਦਾਂ ਹੀ ਖੁਸ਼ ਹੋਣਾ, ਇਦਾਂ ਹੀ ਮੁਸਕਰਾਉਣਾ ਜਿਵੇਂ ਅੱਜ ਖੁਸ਼ ਹੋ ਰਹੇ ਹੋ।
ਤੇ ਪੁੱਛਿਆ ਸਾਈਂ ਮੀਆਂ ਮੀਰ ਨੇ ਸੱਚੇ ਪਾਤਸ਼ਾਹ, ਅਸੀਂ ਤਾਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ, ਤੁਸੀਂ ਕਾਹਦਾ ਰੱਖ ਰਹੇ ਹੋ? ਕਹਿੰਦੇ ਮੀਆਂ ਮੀਰ ਜੀ, ਪੁੱਛਿਆ ਵੀ ਅਸੀਂ ਤੇ ਸੱਚਖੰਡ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ, ਤੁਸੀਂ ਕਾਹਦਾ ਨੀਂਹ ਪੱਥਰ ਰੱਖ ਰਹੇ ਹੋ? ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਅੱਜ ਅਸੀਂ ਸ਼ਹਾਦਤਾਂ ਦਾ ਨੀਂਹ ਪੱਥਰ ਰੱਖਣ ਲੱਗੇ ਆਂ। ਏਸ਼ੀਆ ਦੀ ਧਰਤੀ ਦੇ ਪਹਿਲੇ ਸ਼ਹੀਦ, ਜਿਨ੍ਹਾਂ ਨੇ ਏਸ਼ੀਆ ਦੇ ਲੋਕਾਂ ਨੂੰ ਸ਼ਹੀਦੀ ਤੇ ਸ਼ਹਾਦਤ ਬਾਰੇ ਦੱਸਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਉਹਨਾਂ ਫਿਰ